कोरोना नूं लैके पंजाब सरकार होई बेपरवाह। आंकड़ा 585 तो पार। बिना टेस्ट कीते बाहरों आए लोगों नूं घर जाण दी दित्ती इजाजत। हजूर साहिब तो आईयां संगतां च कोरोना वायरस पॉजिटिव पाया जाना चिंता का विषय बन चुका है। उस तो भी वड्डी चिंता पंजाब सरकार की लापरवाही है। यह लापरवाही सिर्फ नांदेड़ साहिब तो लिआंदे श्रद्धालुओं दौरान ही नहीं की, सगों जैसलमेर तो 2800 मजदूरों नूं भेडां बकरियां वांग बसां च भर के लियाउण समय भी की गई है। कैप्टन सरकार की इस लापरवाही नूं खुद बसां दे ड्राइवरां ने बेनकाब किया है जो इन्हां मजदूरां नूं लैके आए सन। उन्होंने दस्सिया कि बसां च 30 मजदूर बिठाउण दा हुक्म सी, पर जैसलमेर प्रशासन ने गल नहीं सुनी ते एक बस च 70 मजदूर बिठा दिते। इस दे नाल ही प्रशासन वालों 26 तरीक नूं जिहड़े हुक्म आए सीगे कि तुसीं बाई जैसलमेर जाके जिहड़ी अपने इधर दे मजदूर गरीब तबका बेचारा उधर दिहाड़ी करन जांदा फसिया होया सीगा, ਅਸੀਂ ਉਹਨਾਂ ਨੂੰ ਲੈਣ ਵਾਸਤੇ ਗਏ ਸੀਗੇ ਜੀ। ਪਰ ਇਸ ਤੋਂ ਬਾਅਦ ਜਿਹੜਾ ਹੁਣ ਸਾਡੇ ਨਾਲ ਸਾਰੇ ਧੱਕਾ ਹੀ ਹੋ ਰਿਹਾ, ਕਿਉਂਕਿ ਜੇਕਰ ਇਹਨਾਂ ਨੇ ਸਾਨੂੰ ਰੱਖਣਾ ਸੀਗਾ ਤੇ ਜਿਸ ਤਰ੍ਹਾਂ ਉਧਰੋਂ ਲੇਬਰ ਲਿਆਂਦੀ ਉਹਨਾਂ ਨੂੰ ਰੱਖਿਆ ਤੇ ਸਾਨੂੰ ਉਸੇ ਦਿਨ ਹੀ ਰੱਖ ਲੈਂਦੇ। ਸਾਡਾ ਦੋ ਵਾਰੀ ਮੈਡੀਕਲ ਹੋ ਚੁੱਕਿਆ, ਠੀਕ ਆ। ਅਸੀਂ ਹੁਣ 2 ਦਿਨ ਆਪਦੇ ਘਰੇ ਵੀ ਲਾ ਲਿਆ, ਆਪਦੇ ਬੱਚੇ ਵੀ ਸਾਨੂੰ ਅਸੀਂ ਮਿਲ ਲਏ ਆ। ਹੁਣ ਦੱਸੋ ਵੀ ਇਹਦੇ ਬਾਅਦ ਕੀ ਰਹਿ ਗਿਆ? ਸਾਨੂੰ ਇੱਥੇ ਰੱਖਣ ਦਾ ਕੋਈ ਸਰਕਾਰ ਦੀ ਤੁੱਕ ਨਹੀਂ ਬਣਦੀਗੀ। ਸਾਡੇ ਉੱਚ ਅਧਿਕਾਰੀਆਂ ਨੇ ਸਾਡਾ ਕੋਈ ਖਾਣ ਪੀਣ ਦਾ ਪ੍ਰਬੰਧ ਨਹੀਂ ਕੀਤਾ। ਅਸੀਂ 3 ਰਾਤਾਂ ਭੁੱਖੇ ਗਏ, 3 ਦਿਨ ਭੁੱਖੇ ਮਰਦੇ ਆਏ। ਜੇ ਸਾਡੇ ਢਿੱਡ ਵਿੱਚ ਕੁਝ ਹੋਊਗਾ ਤਾਂ ਅਸੀਂ ਗੱਡੀਆਂ ਚਲਾਵਾਂਗੇ। ਸਾਡੇ ਨਾਲ ਧੱਕਾ ਕਰਦੇ ਆ। ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਸਾਨੂੰ ਆਪਣੇ ਘਰਾਂ 'ਚ ਭੇਜਿਆ ਜਾਵੇ। ਜੇ ਕੋਈ ਸਾਡੀ ਰਿਪੋਰਟ ਪੋਜ਼ਿਟਿਵ ਆਉਂਦੀ ਆ ਤਾਂ ਅਸੀਂ ਐਡਮਿਟ ਹੋਣ ਨੂੰ ਤਿਆਰ ਬੈਠੇ ਆ। ਉਹਨਾਂ ਚਿਰ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ। 70 ਸਵਾਰੀਆਂ ਬਿਠਾਤੀਆਂ। ਦੱਸੋ ਇਹ ਗੱਲ ਬਣਦੀ ਹੈ? ਸਰਕਾਰ ਦੇ ਹਦਾਇਤਾਂ ਨੇ ਵੀ ਕਰੋਨਾ ਦੇ ਮੁਤਾਬਕ 6 ਘੱਟ 1 ਮੀਟਰ ਦੂਰੀ ਹੋਣੀ ਚਾਹੀਦੀ। ਇੱਕ ਸੀਟ ਤੇ 4 ਸਵਾਰੀ ਬਿਠਾ ਕੇ ਲਿਆਏ ਆ ਅਫਸਰਾਂ ਦੀ ਹੁਕਮਾਂ ਮੁਤਾਬਕ। 2 ਡਰਾਈਵਰ ਗਏ, 1 ਕਨੈਕਟਰ ਗਿਆ। ਡਰਾਈਵਰਾਂ ਨੇ ਗੱਡੀਆਂ ਚਲਾਈਆਂ, ਕਨੈਕਟਰਾਂ ਨੇ ਮਜ਼ਦੂਰਾਂ ਨੂੰ ਗਾਈਡ ਕੀਤਾ, ਸੀਟ ਵਗੈਰਾ ਦਵਾਈ, ਕੋਈ ਕਠਿਨਾਈਆਂ ਆਉਂਦੀਆਂ ਨੇ ਪਾਣੀ ਵਗੈਰਾ ਦੀ ਸੇਵਾ ਕੀਤੀ। ਕੁਛ ਵੀ ਹੁੰਦਾ ਸਭ ਕੁਝ ਹੀ ਕੀਤਾ ਹੈ, ਪਰ ਔਰ ਸਾਡੇ ਪ੍ਰਸ਼ਾਸਨ ਨੇ ਸਾਡੀ ਸਪੋਰਟ ਨਹੀਂ ਕੀਤੀ ਔਰ ਅਸੀਂ ਆਪਦੀ ਜੇਲ੍ਹ 'ਚੋਂ ਸੈਂਟੀਨੇਚਰ ਵੀ ਕਰਵਾਇਆ ਹੈ। ਜਿਹੜਾ ਕਿ ਅਸੀਂ ਸਾਰਿਆਂ ਨੂੰ ਪਤਾ ਜੈਸਲਮੇਰ ਤੋਂ ਲੇਬਰ ਲੈ ਕੇ ਆਏ ਸੀਗੇ, ਉਹਨੂੰ ਲੇਬਰ ਨੂੰ ਅਸੀਂ ਸਾਰੇ ਸੈਂਟਰਾਂ ਦੇ ਵਿੱਚ ਛੱਡਣ ਤੋਂ ਬਾਅਦ ਸਾਡਾ ਮੈਡੀਕਲ ਹੋਇਆ। ਮੈਡੀਕਲ ਹੋਣ ਤੋਂ ਬਾਅਦ ਅਸੀਂ ਆਪੋ ਆਪਦੇ ਘਰਾਂ ਦੇ ਵਿੱਚ ਰਹਿ ਕੇ ਆਏ ਹਾਂ। 2 ਦਿਨਾਂ ਬਾਅਦ ਸਾਨੂੰ ਅੱਜ ਫਿਰ ਬੁਲਾ ਲਿਆ ਗਿਆ ਵੀ ਤੁਹਾਡਾ ਮੈਡੀਕਲ ਹੋਏਗਾ। ਉਲਟਾ ਪ੍ਰਸ਼ਾਸਨ ਨੇ ਸਾਨੂੰ ਪਰੇਸ਼ਾਨ ਕੀਤਾ ਜੀ। ਸਾਡਾ 2 ਵਾਰੀ ਮੈਡੀਕਲ ਹੋਣ ਦੇ ਬਾਵਜੂਦ ਵੀ 2 ਦਿਨਾਂ ਬਾਅਦ ਬੁਲਾ ਕੇ ਸਾਨੂੰ ਕਾਂਤਵਾਸ ਦੇ ਵਿੱਚ ਭੇਜ ਰਹੇ ਆ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੇ ਸਾਡੇ ਦੁਬਾਰਾ ਇਹਨਾਂ ਨੇ ਮੈਡੀਕਲ ਲੈਣਾ ਸਾਡਾ ਮੈਡੀਕਲ ਕਰਵਾ ਲੈਣ ਦੁਬਾਰੇ, ਪਰ ਸਾਨੂੰ ਕਾਂਤਵਾਸ ਵਿੱਚ ਭੇਜਣ ਦਾ ਮਤਲਬ ਕੀ? ਕਿਉਂਕਿ 2 ਦਿਨ ਅਸੀਂ ਆਪਦੀ ਫੈਮਿਲੀ ਦੇ ਵਿੱਚ ਰਹਿ ਚੁੱਕੇ ਹਾਂ। ਖਾਣ ਦਾ ਪ੍ਰਬੰਧ ਸੀ ਨਾ ਸਾਡਾ ਰਹਿਣ ਦਾ ਪ੍ਰਬੰਧ ਸੀ। ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਸਾਡੀ ਜਲਦੀ ਤੋਂ ਜਲਦੀ ਜੋ ਹੈਗੀ ਹੈ ਸੈਂਪਲਿੰਗ ਸ਼ੁਰੂ ਹੋਵੇ। ਜੋ ਸਾਡਾ ਹੈ ਸਾਨੂੰ ਖਾਣਾ ਪੀਣਾ ਡਾਈਟ ਸਾਨੂੰ ਦਿੱਤੀ ਜਾਵੇ। ਸਾਡਾ ਰਹਿਣ ਦਾ ਜੇ ਸਾਨੂੰ ਆਈਸੋਲੇਟ ਕਰਨਾ ਤੇ ਆਈਸੋਲੇਟ ਤੁਰੰਤ ਕੀਤਾ ਜਾਵੇ ਤਾਂ ਜੋ ਅਸੀਂ ਆਪਣਾ ਬਚਾਅ ਕਰ ਸਕੀਏ ਅਤੇ ਆਪਣੇ ਪਰਿਵਾਰ ਦਾ ਵੀ ਬਚਾਅ ਕਰ ਸਕੀਏ। ਵੱਲੋਂ ਸਾਨੂੰ ਭੇਜਿਆ ਗਿਆ ਵੀ ਜੈਸਲਮੇਰ ਰਾਜਸਥਾਨ 'ਚ ਜਾਣਾ ਗੱਡੀਆਂ ਲੈ ਕੇ। ਅਸੀਂ ਉੱਥੇ ਜਾ ਕੇ ਫਾਜ਼ਿਲਕਾ ਤੋਂ ਉੱਥੇ ਗੱਡੀਆਂ ਲੈ ਕੇ ਗਏ। ਪਹਿਲਾਂ ਸਾਨੂੰ ਉੱਥੇ ਜਾਂਦਿਆਂ ਜੀ ਕੋਈ ਸਹੂਲਤ ਨਹੀਂ ਮਿਲੀ, ਨਾ ਤਾਂ ਕੋਈ ਰੋਟੀ ਮਿਲੀ ਆ, ਨਾ ਕੋਈ ਪਾਣੀ ਮਿਲਿਆ ਜੀ, ਨਾ ਕੋਈ ਚਾਹ ਮਿਲੀ ਆ। ਖਾਣ ਪੀਣ ਦਾ ਬਹੁਤ ਕਿਤੇ ਵੀ ਪ੍ਰਬੰਧ ਹੈ ਨਹੀਂ ਸੀਗਾ ਜੀ। ਮੈਂ ਆਪਣੇ ਭਰਾਵਾਂ ਦੀ ਖਾਤਰ, ਆਪਣੇ ਸਟਾਫ ਦੀ ਖਾਤਰ, ਬੱਚਿਆਂ ਦੀ ਖਾਤਰ ਮੈਂ ਇੱਥੇ ਭੁੱਖ ਹੜਤਾਲ 'ਤੇ ਬੈਠਾਂਗਾ। ਨਹੀਂ ਸਾਨੂੰ ਪੂਰੀਆਂ ਫੈਸਿਲਿਟੀਆਂ ਦਿੱਤੀਆਂ, ਸਾਡੇ ਟੈਸਟ ਕਰਵਾਏ ਜਾਣ ਤੇ ਜੋ ਵੀ ਸਾਨੂੰ 50 ਲੱਖ ਦਾ ਜਿਹੜਾ ਹੈਗਾ ਜੇ ਕਿਸੇ ਬੰਦੇ ਨੂੰ ਇਨਫੈਕਟ ਹੁੰਦਾ ਹੈ ਉਹ ਵੀ ਜ਼ਰੂਰ ਦਿੱਤਾ ਜਾਵੇ। ਪ੍ਰਸ਼ਾਸਨ ਦੀ ਮੰਗ ਤੇ 10 ਗੱਡੀਆਂ ਅਸੀਂ ਰਾਜਸਥਾਨ ਭੇਜੀਆਂ ਸੀ ਉੱਥੋਂ ਜੈਸਲਮੇਰ ਨੂੰ ਜਾਣ ਵਾਸਤੇ। ਜੋ ਗੱਡੀਆਂ ਆ ਗਈਆਂ ਨੇ ਸਹੀ ਸਲਾਮਤ ਆ ਗਈਆਂ। ਇੱਕ ਗੱਡੀ ਦੇ ਵਿੱਚ ਪਟਿਆਲੇ ਦੀਆਂ ਸਵਾਰੀਆਂ ਸੀ, ਉਹ ਪਟਿਆਲੇ ਕੱਲ੍ਹ ਛੱਡਣ ਗਈ ਸੀਗੀ ਤੇ ਉੱਥੇ ਡਰਾਈਵਰ ਕਨੈਕਟਰ ਨੂੰ ਮੈਡੀਕਲ ਉਹਨਾਂ ਦਾ ਹੋ ਰਿਹਾ ਰਿਪੋਰਟ। ਬਾਕੀ ਦੀਆਂ ਇਹਦੇ ਬਾਰੇ ਡਾਕਟਰ ਸਾਹਿਬ ਨਾਲ ਮੈਂ ਗੱਲ ਕੀਤੀ ਹੈ ਜੀ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਸੈਂਟਰ ਬਣਾਇਆ ਕੋਟਕਪੂਰਾ ਰੋਡ ਤੇ ਸਕੂਲ ਹੈ ਤੇ ਉਹਦੇ ਵਿੱਚ ਭੇਜ ਦਿਓ ਤੇ ਉੱਥੇ ਇਹਨਾਂ ਦਾ ਮੈਡੀਕਲ ਹੋ ਜਾਏਗਾ। ਦੱਸ ਦਈਏ ਕਿ ਦੂਜੇ ਸੂਬਿਆਂ 'ਚ ਇਸ ਲੋਕਡਾਊਨ 'ਚ ਫਸੇ ਆਪਣੇ ਲੋਕਾਂ ਨੂੰ ਲੈ ਕੇ ਆਉਣਾ ਗਲਤ ਨਹੀਂ, ਪਰ ਕੋਰੋਨਾ ਸੰਕਟ 'ਚ ਅਜਿਹੀ ਕੋਤਾਹੀ ਵਰਤਣਾ ਮਹਿੰਗਾ ਸਾਬਿਤ ਹੋ ਸਕਦਾ ਹੈ। ਸਰਕਾਰ ਦੀ ਇਸ ਗਲਤੀ ਕਰਕੇ ਰਾਜਸਥਾਨ ਤੋਂ ਆਏ ਮਜ਼ਦੂਰ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਨੇ। ਫਿਰੋਜ਼ਪੁਰ ਦੇ 6 ਮਜ਼ਦੂਰਾਂ ਦਾ ਕੋਵਿਡ-19 ਟੈਸਟ ਪੋਜ਼ਿਟਿਵ ਆਇਆ ਹੈ, ਜਦਕਿ ਬਾਕੀਆਂ ਦੇ ਸੈਂਪਲ ਲਏ ਜਾ ਰਹੇ ਨੇ ਤੇ 2800 ਤੋਂ ਜ਼ਿਆਦਾ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। सोशल मीडिया ते एक वीडियो तेजी नाल वायरल हो रही है जिस च नांदेड़ साहिब तो सिख श्रद्धालुओं नूं पंजाब लैके आउण वाले बस ड्राइवरां ते कंडक्टर हस्पताल प्रबंधकां ते सवाल चुकदे नजर आ रहे हैं। हस्पताल प्रशासन ते इल्जाम लगाउंदिआं उन्हां कहा कि हस्पताल प्रबंधकां वल्लों उन्हां दा कोई ख्याल नहीं रखिया जा रहा ते वार-वार कहण ते भी उन्हां दे टेस्ट नहीं लए जा रहे। ਇਹ ਆਪਣੇ ਜਿਹੜੇ ਸਟਾਫ ਦੇ ਵੀਰ ਆ ਜੀ ਡਰਾਈਵਰ ਕਨੈਕਟਰ ਨੇ, ਇਹ ਕੱਲ ਹਜੂਰ ਸਾਹਿਬ ਤੋਂ ਜਿਹੜੀ ਸੰਗਤ ਫਸੀ ਹੋਈ ਸੀ ਉਹਨਾਂ ਨੂੰ ਲੈਣ ਗਏ ਸੀ
ਰਾਤ ਅਸੀਂ 11 ਵਜੇ ਇੱਥੇ ਲੁਧਿਆਣੇ ਹਸਪੀਟਲ ਦੇ ਵਿੱਚ ਪਹੁੰਚ ਗਏ ਸੀਗੇ। ਰਾਤ ਅਸੀਂ 11 ਵਜੇ ਦੇ ਬੈਠੇ ਹਾਂ ਇੱਥੇ, ਹਜੇ ਤੱਕ ਸਾਨੂੰ ਕਿਸੇ ਡਾਕਟਰ ਨੇ ਚੈੱਕ ਨਹੀਂ ਕਰਿਆ। ਸਾਡੇ ਕੋਲੇ ਕੋਈ ਡਾਕਟਰ ਨਹੀਂ ਆਇਆ, ਕੋਈ ਅਧਿਕਾਰੀ ਨਹੀਂ ਆਇਆ, ਸਾਡੇ ਕੋਲੇ ਕੋਈ ਨਹੀਂ ਪਹੁੰਚਿਆ। ਜਦੋਂ ਅਸੀਂ ਡਾਕਟਰਾਂ ਨਾਲ ਗੱਲ ਕਰਨ ਜਾਂਦੇ ਹਾਂ ਉੱਥੇ, ਉਹ ਸਾਨੂੰ ਕਹਿੰਦਾ ਲਾਈਨ 'ਚ ਲੱਗੋ, ਕੋਈ ਨਾ ਤੁਹਾਡੀ ਵਾਰੀ ਬਾਅਦ 'ਚ ਆਊਗੀ, ਤੁਹਾਡੇ ਨਾਲ ਦੇਖਦੇ ਹਾਂ ਹਜੇ ਕੋਈ ਨਾ। ਅਸੀਂ ਰਾਣੀ ਜਾ ਕੇ 7-8 ਵਾਰੀ ਆਪਦੇ ਨਾਂ ਦਰਜ ਕਰਾਏ ਆ ਉੱਥੇ ਜਾ ਕੇ, ਤੇ ਹਜੇ ਤੱਕ ਤੜਕੇ ਸਵੇਰ ਦੀ ਚਾਹ ਨਹੀਂ ਮਿਲੀ ਸਾਨੂੰ। ਹਜੇ ਤੱਕ ਤੜਕੇ ਦੀ ਚਾਹ ਨਹੀਂ ਆਈ ਸਵੇਰ ਦੀ। ਸੋ ਹੁਣ ਟਾਈਮ ਦੇਖ ਲਓ 3 ਵਜੇ ਨਾਲੇ ਹੋ ਗਏ, ਸਵੇਰ ਤੋਂ ਲੈ ਕੇ ਹਜੇ ਤੱਕ ਚਾਹ ਨਹੀਂ ਆਈ। ਵਾਧੇ ਅਗਲੀ ਖਬਰ ਵੱਲ। ਪੰਜਾਬ ਸਰਕਾਰ ਵੱਲੋਂ ਸ਼੍ਰੀ ਹਜੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਦੀ ਵਾਪਸੀ ਦਾ ਫੈਸਲਾ ਸੂਬੇ ਤੇ ਭਾਰੀ ਪੈ ਗਿਆ ਹੈ। ਸੂਬੇ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਨਜ਼ਰ ਆ ਰਹੇ ਨੇ। ਪੰਜਾਬ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 585 ਤੋਂ ਪਾਰ ਹੋ ਚੁੱਕਿਆ ਹੈ। ਉੱਥੇ ਲੁਧਿਆਣਾ ਸ਼ਹਿਰ 'ਚ ਸ਼ੁੱਕਰਵਾਰ ਨੂੰ ਸਾਹਮਣੇ ਆਉਣ ਵਾਲੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 22 ਹੋ ਗਈ ਹੈ। ਦੇਰ ਰਾਤ ਜ਼ਿਲ੍ਹਾ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ 22ਵੇਂ ਨਵੇਂ ਮਰੀਜ਼ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 99 ਹੋ ਗਈ ਹੈ। ਦੱਸਦੀ ਕਿ ਬੀਤੀ ਦੇਰ ਸ਼ਾਮ 138 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ, ਜਿਸ 'ਚ 22 ਨਵੇਂ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਸਨ। 13 ਮਰੀਜ਼ਾਂ ਦੀ ਰਿਪੋਰਟ ਸਵੇਰੇ ਆ ਚੁੱਕੀ ਸੀ। 22 ਚੋਂ 18 ਮਰੀਜ਼ ਨੰਦੇੜ ਸਾਹਿਬ ਤੋਂ ਮੁੜੇ ਸ਼ਰਧਾਲੂ ਦੱਸੇ ਜਾਂਦੇ ਨੇ। ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਮਿਤੀ 1 ਮਈ 2020 ਤੱਕ 2565 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਗਏ ਨੇ। ਇਹਦੇ ਵਿੱਚੋਂ 2140 ਸੈਂਪਲ ਜਿਹੜੇ ਹੈਗੇ ਉਹਦਾ ਦੀ ਰਿਪੋਰਟ ਸਾਡੇ ਕੋਲ ਪ੍ਰਾਪਤ ਹੋ ਚੁੱਕੀ ਹੈ। ਇਹਦੇ ਵਿੱਚੋਂ 77 ਜਿਹੜੇ ਸੈਂਪਲਸ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ। ਇਹਦੇ 77 ਵਿੱਚੋਂ 6 ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਕਿਉਰਡ ਡਿਕਲੇਅਰ ਕੀਤਾ ਜਾ ਚੁੱਕਿਆ ਹੈ। 4 ਪੇਸ਼ੈਂਟਸ ਦੀ ਡੈਥ ਹੋ ਗਈ ਸੀਗੀ। ਤਾਂ ਹੁਣ ਕੁੱਲ ਮਿਲਾ ਕੇ 67 ਐਕਟਿਵ ਕੇਸਿਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਦੇ ਨਾਲ ਸੰਬੰਧਿਤ ਨੇ, ਔਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਐਕਟਿਵ ਕੇਸਿਸ ਹੈਗੇ ਜਿਨ੍ਹਾਂ ਦਾ ਟ੍ਰੀਟਮੈਂਟ ਵਗੈਰਾ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਜ਼ਿਆਦਾਤਰ ਪੇਸ਼ੈਂਟ ਜਿਹੜੇ ਹੈਗੇ ਉਹ ਸਿਵਲ ਹਸਪੀਟਲ ਦੇ ਵਿੱਚ ਭਰਤੀ ਨੇ, ਤੇ ਕੁਝ ਪੇਸ਼ੈਂਟ ਜਿਹੜੇ ਹੈਗੇ ਉਹ ਵਰਤਮਾਨ ਦੇ ਵਿੱਚ ਭਰਤੀ ਨੇ। ਜਿਹੜੇ ਪੈਂਡਿੰਗ ਕੇਸਿਸ ਹੈਗੇ 425 ਦੇ ਨੇੜੇ ਤੇੜੇ ਕੇਸਿਸ ਜਿਹੜੇ ਹੈਗੇ ਉਹ ਪੈਂਡਿੰਗ ਹੈਗੇ। ਇੰਨੇ ਜ਼ਿਆਦਾ ਸੈਂਪਲਿੰਗ ਕਰਨ ਦਾ ਰੀਜ਼ਨ ਜਿਹੜਾ ਹੈਗਾ ਉਹ ਇਹ ਹੈਗਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੇ ਕੋਲ ਕਾਫੀ ਪੈਸੇਂਜਰਸ ਜਿਹੜੇ ਹੈਗੇ ਬਾਹਰਲੇ ਸਟੇਟਾਂ ਤੋਂ ਆਏ ਨੇ, ਭਾਵੇਂ ਨਾਂਦੇੜ ਜਿਵੇਂ ਮਹਾਰਾਸ਼ਟਰ ਨਾਂਦੇੜ ਤੋਂ ਆਏ ਸੀਗੇ, ਕੁਝ ਕੋਟਾ ਰਾਜਸਥਾਨ ਤੋਂ ਆਏ ਸੀਗੇ, ਕੁਝ ਜੈਸਲਮੇਰ ਤੋਂ ਆਏ ਸੀਗੇ, ਕੁਝ ਗਵਾਲੀਅਰ ਤੋਂ ਆਏ ਸੀਗੇ, ਹੋਰ ਵੀ ਬਹੁਤ ਸਾਰੀ ਲੇਬਰ ਜਾਂ ਮਾਈਗ੍ਰੈਂਟ ਬੰਦੇ ਜਿਹੜੇ ਹੈਗੇ ਉਹ ਪੰਜਾਬ ਦੇ ਵਿੱਚ ਆਏ ਨੇ। ਉਹਨਾਂ ਦੀ ਟੈਸਟਿੰਗ ਜਿਹੜੀ ਹੈਗੀ ਉਹ ਕੀਤੀ ਗਈ ਹੈ। ਕੁਝ ਇੱਕ ਪੁਰਾਣੇ ਪੋਜ਼ਿਟਿਵ ਕੇਸਿਸ ਜਿਹੜੇ ਸੀਗੇ ਉਹਨਾਂ ਦੇ ਕੰਟੈਕਟ ਟ੍ਰੇਸਿੰਗ ਜਿਹੜੀ ਹੈਗੀ ਉਹਨਾਂ ਦੀ ਸੈਂਪਲਿੰਗ ਕੀਤੀ ਗਈ ਹੈ। ਤੇ ਕਈ ਸਾਰੇ ਬੰਦੇ ਜਿਹੜੇ ਅੱਗੇ ਹੁਣ ਆ ਰਹੇ ਨੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਫਲੂ ਦੇ ਲੱਛਣ ਹੈਗੇ, ਜਿਹੜੇ ਸਾਡੇ ਫਲੂ ਕਾਰਨਰ ਤੇ ਆਉਂਦੇ ਨੇ, ਉਹਨਾਂ ਦੀ ਵੀ ਸੈਂਪਲਿੰਗ ਅਸੀਂ ਕਰ ਰਹੇ ਹਾਂ, ਜਿਸ ਤੋਂ ਕਿ ਵੱਧ ਤੋਂ ਵੱਧ ਸੈਂਪਲਿੰਗ ਕਰਕੇ ਅਸੀਂ ਲੋਕਾਂ ਦੀ ਐਡਵਾਂਸ ਦੇ ਵਿੱਚ ਹੀ ਪਤਾ ਕਰ ਸਕੀਏ ਕਿ ਉਹਨਾਂ ਨੂੰ ਕੋਈ ਕੋਰੋਨਾ ਦੀ ਪੋਸਿਬਿਲਿਟੀ ਤਾਂ ਨਹੀਂ ਹੈਗੀ। ਇਹਦੇ ਵਿੱਚ ਮੈਂ ਇਹ ਕਲੀਅਰ ਕਰਨਾ ਚਾਹਾਂਗਾ ਕਿ ਪਹਿਲੇ ਦਿਨ ਤੋਂ ਜਿਵੇਂ ਆਪਾਂ ਦੱਸ ਰਹੇ ਹਾਂ ਕਿ ਇਹ ਬਿਮਾਰੀ ਜਿਹੜੀ ਹੈਗੀ ਉਹ ਅਸੀਂ ਛੂ ਕੇ ਔਰ ਲੋਕਾਂ ਦੇ ਕੰਟੈਕਟ ਵਿੱਚ ਆ ਕੇ ਜਿਹੜੀ ਹੈਗੀ ਉਹ ਵੱਧਦੀ ਹੈਗੀ। ਇਸ ਕਰਕੇ ਲੋਕ ਜਿਹੜੇ ਹੈਗੇ ਘਰੋਂ ਬਾਹਰ ਘੱਟ ਤੋਂ ਘੱਟ ਨਿਕਲਣ, ਇੱਕ ਕਰਫਿਊ ਲੋਕਡਾਊਨ ਜਿਹੜਾ ਲਗਾਇਆ ਗਿਆ ਸੀਗਾ ਉਹਦਾ ਮੇਨ ਰੀਜ਼ਨ ਵੀ ਇਹੀ ਸੀਗਾ ਕਿ ਇਹ ਬਿਮਾਰੀ ਦੀ ਇੱਕ ਚੇਨ ਜਿਹੜੀ ਹੈਗੀ ਉਸ ਨੂੰ ਬ੍ਰੇਕ ਕਰ ਸਕੀਏ। ਕਾਫੀ ਲੋਕਾਂ ਦਾ ਸਹਿਯੋਗ ਵੀ ਜਿਹੜਾ ਹੈਗਾ ਇਹਦੇ ਵਿੱਚ ਸਾਨੂੰ ਮਿਲਿਆ ਹੈਗਾ, ਔਰ ਉਸ ਨੂੰ ਦੇਖਦੇ ਹੋਏ ਲਗਾਤਾਰ ਸਰਕਾਰ ਵੱਲੋਂ ਧੀਰੇ ਧੀਰੇ ਰਿਲੈਕਸੇਸ਼ਨ ਜਿਹੜੀਆਂ ਸੀਗੀਆਂ ਉਹ ਵੀ ਦਿੱਤੀਆਂ ਗਈਆਂ ਸੀਗੀਆਂ। ਲੇਕਿਨ ਹੁਣ ਵੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਜਦ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੱਛਣ ਕੋਰੋਨਾ ਪੁਆਇੰਟ ਆਫ ਵਿਊ ਤੋਂ, ਫਲੂ ਪੁਆਇੰਟ ਆਫ ਵਿਊ ਤੋਂ, ਜਾਂ ਫਿਰ ਜਿਹੜੇ ਆਪਾਂ ਸਿੰਪਟਮਸ ਦੱਸੇ ਹੋਏ ਨੇ, ਬ੍ਰੈਥਲੈਸਨੈਸ ਹੋਵੇ, ਡਰਾਈ ਕਫ ਹੋਵੇ, ਹਾਈ ਫੀਵਰ ਹੋਵੇ ਜਾਂ ਜ਼ੁਕਾਮ ਵਗੈਰਾ ਹੋਵੇ, ਇੱਦਾਂ ਦੀ ਜਿਹੜੇ ਸਿੰਪਟਮਸ ਅਸੀਂ ਆਲਰੇਡੀ ਦੱਸੇ ਸੀਗੇ, ਉਸ ਤਰ੍ਹਾਂ ਦੇ ਕੋਈ ਵੀ ਸਿੰਪਟਮ ਕਿਸੇ ਬੰਦੇ ਨੂੰ ਹੁੰਦਾ ਹੈ ਤਾਂ ਉਹ ਛੇਤੀ ਤੋਂ ਛੇਤੀ ਜਿਹੜੇ ਨੀਅਰੈਸਟ ਹਸਪੀਟਲਸ ਹੈਗੇ ਉੱਥੇ ਜਾ ਕੇ ਆਪਣਾ ਟੈਸਟ ਵਗੈਰਾ ਜਿਹੜਾ ਹੈਗਾ ਆਪਣੇ ਆਪ ਨੂੰ ਪਹਿਲਾਂ ਚੈੱਕ ਕਰਾ ਸਕਦੇ ਨੇ, ਔਰ ਫਿਰ ਉਸ ਤੋਂ ਬਾਅਦ ਆਪਣੀ ਟੈਸਟਿੰਗ ਵਗੈਰਾ ਜਿਹੜੀ ਹੈਗੀ ਉਹ ਕਰਾ ਸਕਦੇ ਨੇ। ਕਿਉਂਕਿ ਜਿੰਨਾ ਛੇਤੀ ਤੁਹਾਨੂੰ ਇਸ ਦੇ ਬਾਬਤ ਪਤਾ ਚੱਲ ਜਾਊਗਾ ਉਨਾ ਹੀ ਵਧੀਆ ਹੈ ਤੁਹਾਡੇ ਵਾਸਤੇ, ਕਿਉਂਕਿ ਜਿੰਨੇ ਕੇਸਿਸ ਸਾਨੂੰ ਐਡਵਾਂਸ ਦੇ ਵਿੱਚ ਪਤਾ ਚੱਲ ਰਹੇ ਨੇ ਉਹ ਜ਼ਿਆਦਾਤਰ ਕੇਸ ਜਿਹੜੇ ਹੈਗੇ ਉਹਨਾਂ ਦੇ ਵਿੱਚ ਕਿਉਰ ਅਸੀਂ ਰਿਕਾਰਡ ਕਰ ਰਹੇ ਹਾਂ, ਔਰ ਜਿਹੜੇ ਕੇਸਾਂ 'ਚ ਕਾਫੀ ਲੇਟ ਸਾਨੂੰ ਪਤਾ ਚੱਲ ਰਿਹਾ ਹੈਗਾ ਉਹਨਾਂ ਕੇਸਾਂ 'ਚ ਅਸੀਂ ਦੇਖ ਰਹੇ ਹਾਂ ਕਿ ਉਹ ਕਦੇ ਫੈਟਲ ਹੀ ਹੋ ਜਾਂਦਾ ਹੈ। ਤਾਂ ਇਸ ਕਰਕੇ ਸਾਰੇ ਲੋਕਾਂ ਨੂੰ ਬੇਨਤੀ ਹੈਗੀ ਕਿ ਜਦ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਫੀਲ ਹੁੰਦੀ ਹੈ ਤਾਂ ਉਹ ਛੇਤੀ ਤੋਂ ਛੇਤੀ ਆਪਣਾ ਟੈਸਟ ਜਿਹੜਾ ਹੈਗਾ ਉਹ ਜ਼ਰੂਰ ਕਰਵਾ ਲੈਣ। ਥੋੜਾ ਸਾ ਲੋਕਾਂ ਨੂੰ ਡਰਨ ਦੀ ਵੀ ਲੋੜ ਹੈਗੀ, ਕੇਅਰਫੁਲ ਹੋਣ ਦੀ ਵੀ ਲੋੜ ਹੈਗੀ, ਕਿਉਂਕਿ ਨੰਬਰ ਆਫ ਕੇਸਿਸ ਜਿਹੜੇ ਹੈਗੇ ਪਿਛਲੇ 2 ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਕਾਫੀ ਵਧੇ ਨੇ, ਔਰ ਅੱਜ ਵੀ ਸਾਡੇ ਕੋਲ ਜਿਹੜੇ 425 ਪੈਂਡਿੰਗ ਰਿਪੋਰਟਾਂ ਜਿਨ੍ਹਾਂ ਦੀ ਆਉਣ ਵਾਲੀਆਂ ਹੈਗੀਆਂ ਉਹਨਾਂ ਦੀ ਰਿਪੋਰਟਾਂ ਵੀ
ਲੇਟ ਨਾਈਟ ਤੱਕ ਸਾਡੇ ਕੋਲ ਆਉਂਦੀਆਂ ਨੇ ਤਾਂ ਉਹਦੇ ਵਿੱਚ ਵੀ ਸਾਨੂੰ ਹੋ ਸਕਦਾ ਕੁਝ ਪਤਾ ਚੱਲੇ, ਕੁਝ ਪੋਜ਼ਿਟਿਵ ਕੇਸਿਸ ਜਿਹੜੇ ਹੈਗੇ ਉਹ ਆ ਸਕਦੇ ਨੇ। ਤਾਂ ਇਸ ਕਰਕੇ ਲੋਕਾਂ ਨੂੰ ਕੇਅਰਫੁਲ ਰਹਿਣ ਦੀ ਲੋੜ ਹੈ, ਲੋਕਾਂ ਨੂੰ ਸਚੇਤ ਰਹਿਣ ਦੀ ਲੋੜ ਹੈਗੀ ਔਰ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਦੀ ਲੋੜ ਹੈਗੀ। ਭਾਵੇਂ ਅਸੀਂ ਥੋੜੀ ਸੀ ਰਿਲੈਕਸੇਸ਼ਨ ਦਿੱਤੀ ਹੋਈ ਹੈ, ਲੇਕਿਨ ਉਸ ਨੂੰ ਲੋੜ ਦੇ ਮੁਤਾਬਿਕ ਹੀ ਬਾਹਰ ਆਉਣ ਦੀ ਲੋੜ ਹੈ। ਕੇਵਲ ਔਰ ਕੇਵਲ ਜਦ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈਗੀ ਤਾਂ ਹੀ ਬੰਦੇ ਜਿਹੜੇ ਹੈਗੇ ਉਹ ਬਾਹਰ ਆਉਣ। ਅਸੀਂ ਜਿਹੜੀਆਂ ਰਿਲੈਕਸੇਸ਼ਨਸ ਦਿੱਤੀਆਂ ਸੀਗੀਆਂ, 3 ਤਰੀਕੇ ਦੀ ਮੇਨ ਕੈਟੇਗਰੀਆਂ ਹੈਗੀਆਂ ਰਿਲੈਕਸੇਸ਼ਨਸ ਦੀਆਂ। ਪਹਿਲੀ ਸੀਗੀ ਕੰਸਟਰਕਸ਼ਨ ਨਾਲ ਰਿਲੇਟਡ। ਮੈਨੂੰ ਇਹ ਕਹਿਣ 'ਚ ਕਾਫੀ ਖੁਸ਼ੀ ਹੋ ਰਹੀ ਹੈ ਕਿ ਤਕਰੀਬਨ 45 ਦੇ ਨੇੜੇ ਤੇੜੇ ਪ੍ਰੋਜੈਕਟਾਂ ਨੂੰ, ਭਾਵੇਂ ਉਹ ਗਵਰਨਮੈਂਟ ਸੈਕਟਰ ਦੇ ਹੋਣ ਜਾਂ ਪ੍ਰਾਈਵੇਟ ਸੈਕਟਰ ਦੇ ਹੋਣ, ਹੁਣ ਤੱਕ ਅਸੀਂ 45 ਦੇ ਨੇੜੇ ਤੇੜੇ ਪ੍ਰੋਜੈਕਟਾਂ ਨੂੰ ਅਪਰੂਵਲ ਜਿਹੜੀ ਹੈਗੀ ਆਪਣੇ ਪੱਧਰ ਤੇ ਦੇ ਚੁੱਕੇ ਹਾਂ। ਤਕਰੀਬਨ 1000 ਦੇ ਨੇੜੇ ਤੇੜੇ ਲੇਬਰ ਜਿਹੜੀ ਹੈਗੀ ਉਹਦੇ ਵਿੱਚ ਹੁਣ ਐਂਗੇਜ ਵੀ ਹੋ ਗਈ ਹੈ। ਪ੍ਰਾਈਵੇਟ ਵੀ ਪ੍ਰੋਜੈਕਟਸ ਜਿਹੜੇ ਹੈਗੇ ਉਹ ਵੀ ਸਾਡੇ ਕੋਲ ਹੁਣ ਪਰਮਿਸ਼ਨ ਵਾਸਤੇ ਆ ਰਹੇ ਨੇ ਔਰ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਾਲ ਹੀ ਨਾਲ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਦਈਏ। ਇਸ ਤੋਂ ਇਲਾਵਾ ਦੂਜੀ ਜਿਹੜੀ ਰਿਲੈਕਸੇਸ਼ਨ ਸੀਗੀ ਉਹ ਇੰਡਸਟਰੀ ਨਾਲ ਰਿਲੇਟਡ ਸੀਗੀ। ਇਹ ਵੀ ਚੰਗੀ ਗੱਲ ਹੈਗੀ ਕਿ ਕਾਫੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਹੁਣ ਅੱਗੇ ਆ ਰਹੀਆਂ ਨੇ, ਕਿਉਂਕਿ ਗਵਰਨਮੈਂਟ ਵੱਲੋਂ 2-3 ਰਿਲੈਕਸੇਸ਼ਨ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ। ਪਹਿਲਾਂ ਇੰਡਸਟਰੀਅਲ ਕੁਆਰੰਟੀਨ ਉਹਨਾਂ ਨੂੰ ਕਿਹਾ ਗਿਆ ਸੀਗਾ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਟਰਾਂਸਪੋਰਟ ਫੈਸਿਲਿਟੀ ਲੇਬਰ ਨੂੰ ਪ੍ਰੋਵਾਈਡ ਕਰਕੇ ਆਪਣੀ ਇੰਡਸਟਰੀਆਂ ਚਾਲੂ ਕਰਨ ਦੇ ਵਾਸਤੇ ਪ੍ਰੋਵੀਜ਼ਨ ਦਿੱਤਾ ਗਿਆ ਸੀਗਾ ਤੇ ਲਾਸਟ ਵਿੱਚ ਸਰਕਾਰ ਵੱਲੋਂ ਇਹ ਵੀ ਪ੍ਰੋਵੀਜ਼ਨ ਦਿੱਤਾ ਗਿਆ ਸੀਗਾ ਕਿ ਲੇਬਰ ਜਿਹੜੀ ਹੈਗੀ ਉਹ ਜਿਹੜੇ ਨੇੜੇ ਤੇੜੇ ਦੀ ਹੈਗੀ ਤਾਂ ਔਨ ਫੁੱਟ ਜਾਂ ਫਿਰ ਸਾਈਕਲ ਤੋਂ ਆ ਸਕਦੀ ਹੈ। ਤਾਂ ਕਈ ਸਾਰੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਹੁਣ ਅੱਗੇ ਆ ਰਹੀਆਂ ਨੇ ਔਰ ਪਾਸਿਸ ਵਗੈਰਾ ਬਣਵਾ ਕੇ ਆਪਣੀ ਇੰਡਸਟਰੀਆਂ ਨੂੰ ਚਾਲੂ ਕਰ ਰਹੀਆਂ ਨੇ, ਕਿਉਂਕਿ ਇੰਡਸਟਰੀ ਨੂੰ ਹੁਣ ਸਪੈਸੀਫਿਕ ਪਰਮਿਸ਼ਨ ਦੀ ਇਸ ਦੇ ਵਾਸਤੇ ਲੋੜ ਨਹੀਂ ਹੈਗੀ। ਇੰਡਸਟਰੀ ਨੂੰ ਚਲਾਉਣ ਦੇ ਲਈ ਸਿਰਫ ਔਰ ਸਿਰਫ ਲੇਬਰ ਦੇ ਪਾਸਿਸ ਜਿਹੜੇ ਹੈਗੇ ਔਰ ਆਪਣੇ ਪਾਸਿਸ ਜਿਹੜੇ ਹੈਗੇ ਉਹਨਾਂ ਨੂੰ ਬਣਵਾਉਣ ਦੀ ਲੋੜ ਹੈਗੀ, ਜਿਹੜੀ ਕਿ GMDIC ਦਫ਼ਤਰ ਉਹਨਾਂ ਨੂੰ ਲਗਾਤਾਰ ਮਿਲ ਰਹੇ ਨੇ। ਕੱਲ ਤੋਂ ਅਸੀਂ ਇੱਕ ਹੋਰ ਫੈਸਲਾ ਲਿਆ ਹੈਗਾ ਕਿ ਮਾਸਟਰ ਪਲਾਨ ਦੇ ਵਿੱਚ ਜਿਹੜੇ ਡੈਜ਼ਿਗਨੇਟਿਡ ਇੰਡਸਟਰੀਅਲ ਏਰੀਆਜ਼ ਹੈਗੇ ਉਹਨਾਂ ਨੂੰ ਵੀ ਅਸੀਂ ਸੈਲਫ ਡਿਕਲੇਰੇਸ਼ਨ ਬੇਸਿਸ ਤੇ ਅਸੀਂ ਅਲਾਉ ਕਰ ਰਹੇ ਹਾਂ ਕਿ ਸੈਲਫ ਡਿਕਲੇਰੇਸ਼ਨ ਦੇ ਬੇਸਿਸ ਤੇ ਇੰਡਸਟਰੀ ਜਿਹੜੀ ਹੈਗੀ ਉਹ ਐਪਲੀਕੇਸ਼ਨ ਦੇ ਸੈਲਫ ਡਿਕਲੇਰੇਸ਼ਨ ਦੇ ਸਕਦੀ ਹੈ ਔਰ ਆਪਣੇ ਇੰਡਸਟਰੀਜ਼ ਨੂੰ ਚਾਲੂ ਕਰ ਸਕਦੀ ਹੈ। ਉਹਦੇ ਵਾਸਤੇ ਪਰਮਿਸ਼ਨਾਂ ਜਿਹੜੀਆਂ ਹੈਗੀਆਂ ਉਹ ਪਾਸਿਸ ਜਿਹੜੇ ਹੈਗੇ ਉਹ ਪਾਸਿਸ ਆਪਣੇ ਇੰਡਸਟਰੀ ਡਿਪਾਰਟਮੈਂਟ ਤੋਂ ਬਣਵਾ ਸਕਦੇ ਹਾਂ। ਇਸ ਤੋਂ ਇਲਾਵਾ ਕੁਝ ਮਾਰਕੀਟ ਦੇ ਵਿੱਚ ਅੱਜ ਕੁਝ ਕਨਫਿਊਜ਼ਨ ਜਾਂ ਰੂਮਰਸ ਫੈਲ ਰਹੇ ਸੀਗੇ ਕਿ ਮਿਕਸ ਲੈਂਡ ਯੂਜ਼ ਔਰ ਉਸ ਤਰ੍ਹਾਂ ਦੇ ਏਰੀਆ ਦੇ ਵਿੱਚ ਵੀ ਇੰਡਸਟਰੀਆਂ ਚਾਲੂ ਕਰਨ ਦੇ ਵਾਸਤੇ ਕੋਈ ਫੈਸਲਾ ਹੋਇਆ ਹੈ। ਹਾਲ ਦੀ ਘੜੀ ਇੱਦਾਂ ਦਾ ਕੋਈ ਫੈਸਲਾ ਨਹੀਂ ਹੈਗਾ ਕਿ ਮਿਕਸ ਲੈਂਡ ਯੂਜ਼ ਦੇ ਵਿੱਚ ਬਾਹਰੋਂ ਲੇਬਰ ਨੂੰ ਬੁਲਾ ਕੇ ਇੰਡਸਟਰੀਆਂ ਜਿਹੜੀਆਂ ਹੈਗੀਆਂ ਉਹ ਚਾਲੂ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਤੀਜਾ ਜਿਹੜਾ ਹੈਗਾ ਉਹ ਸ਼ਾਪਸ ਦੇ ਨਾਲ ਰਿਲੇਟਡ ਰਿਲੈਕਸੇਸ਼ਨ ਸੀਗੀਆਂ। ਉਹਦੇ ਵਿੱਚ ਅਸੀਂ ਆਲਰੇਡੀ ਕਈ ਸਾਰੀ ਰਿਲੈਕਸੇਸ਼ਨ ਜਿਹੜੀਆਂ ਸੀਗੀਆਂ ਆਲਰੇਡੀ ਦੇ ਦਿੱਤੀਆਂ ਗਈਆਂ ਸੀਗੀਆਂ। ਇੰਡਸਟਰੀ ਜਿਹੜੇ ਐਸੈਂਸ਼ੀਅਲ ਆਈਟਮਸ ਜਾਂ ਹੋਰ ਵੀ ਜਿਹੜੇ ਐਗਜ਼ੈਂਪਟਡ ਕੈਟੇਗਰੀਆਂ ਨੂੰ ਜਿਹਨਾਂ ਨੂੰ ਅਸੀਂ ਪਹਿਲਾਂ ਅਲਾਉ ਕੀਤਾ ਸੀਗਾ ਹੋਮ ਡਿਲੀਵਰੀ ਦੇ ਵਾਸਤੇ, ਉਹਨਾਂ ਨੂੰ ਅਸੀਂ ਹੁਣ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਾਊਂਟਰ ਸੇਲ ਔਰ 11 ਵਜੇ ਤੋਂ ਬਾਅਦ ਹੋਮ ਡਿਲੀਵਰੀ ਜਿਹੜੀ ਹੈਗੀ ਉਹ ਅਲਾਉ ਕਰਤੀ ਹੈਗੀ। ਇਸ ਤੋਂ ਇਲਾਵਾ ਬਾਕੀ ਜਿਹੜੀਆਂ ਕੈਟੇਗਰੀਆਂ ਹੈਗੀਆਂ ਉਸ ਦੇ ਵਾਸਤੇ ਵੀ ਸਾਨੂੰ ਕਾਫੀ ਕੁਐਰੀਜ਼ ਵਗੈਰਾ ਆ ਰਹੀਆਂ ਨੇ। ਅਸੀਂ ਉਸ ਨੂੰ ਅੱਜ ਦੇਖ ਰਹੇ ਹਾਂ। ਕਾਫੀ ਡਿਮਾਂਡਸ ਔਰ ਸਜੈਸ਼ਨਸ ਜਿਹੜੇ ਹੈਗੇ ਉਹ ਲੋਕਾਂ ਦੇ ਸਾਡੇ ਕੋਲ ਪ੍ਰਾਪਤ ਹੋਏ ਨੇ। ਅਸੀਂ ਉਹਨਾਂ ਨੂੰ ਡੂੰਘਾਈ ਨਾਲ ਘੋਖ ਰਹੇ ਹਾਂ ਔਰ ਹੋਪਫੁਲੀ ਅਸੀਂ ਕੱਲ ਤੱਕ ਇੱਕ ਡਿਟੇਲਡ ਗਾਈਡਲਾਈਨ ਜਿਹੜੀਆਂ ਹੈਗੀਆਂ ਰੋਸਟਰ ਵਗੈਰਾ ਬਣਾ ਕੇ ਕਿ ਕਿਹੜੇ ਟਾਈਪ ਦੀ ਦੁਕਾਨ ਕਿਹੜੇ ਤਰੀਕ ਨੂੰ ਕਿਹੜੇ ਦਿਨ ਨੂੰ ਹਫਤੇ ਦੇ ਵਿੱਚ ਨੂੰ ਖੁੱਲ ਸਕਦੀ ਹੈ, ਉਹ ਸਾਰੀ ਕੀ ਸਾਰੀ ਗਾਈਡਲਾਈਨ ਜਿਹੜੀਆਂ ਹੈਗੀਆਂ ਅਸੀਂ ਹੋਪਫੁਲੀ ਕੱਲ ਤੱਕ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਆਮ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਹੋਰ ਵੀ ਤਰੀਕੇ ਦੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਨੂੰ ਅਵੇਲੇਬਲ ਹੋ ਜਾਣਗੀਆਂ। ਥੈਂਕ ਯੂ। ਇਸ ਤੋਂ ਇਲਾਵਾ ਮਾਈਗ੍ਰੈਂਟ ਪੋਪੂਲੇਸ਼ਨ ਦੇ ਵਾਸਤੇ ਜਿਹੜੇ ਬੰਦੇ ਬਾਹਰਲੇ ਸਟੇਟਾਂ ਤੋਂ ਬਿਲੋਂਗ ਕਰਦੇ ਨੇ ਤੇ ਆਪਣੇ ਸਟੇਟਾਂ ਦੇ ਵਿੱਚ ਜਾਣਾ ਚਾਹੁੰਦੇ ਨੇ, ਉਹਦੇ ਵਾਸਤੇ ਇੱਕ ਲਿੰਕ ਜਿਹੜੀ ਹੈਗੀ ਅੱਜ ਸਵੇਰ ਤੋਂ ਲਾਈਵ ਕੀਤੀ ਗਈ ਹੈਗੀ। ਕੋਈ ਵੀ ਮਾਈਗ੍ਰੈਂਟ ਬੰਦਾ ਜਿਹੜਾ ਕਿ ਬਾਹਰਲੇ ਸਟੇਟਾਂ ਤੋਂ ਬਿਲੋਂਗ ਕਰਦਾ ਹੈ ਔਰ ਆਪਣੇ ਸਟੇਟ ਨੂੰ ਜਾਣਾ ਚਾਹੁੰਦਾ ਹੈ, ਉਹ ਸਾਰੀ ਡਿਟੇਲ ਜਿਹੜੀ ਹੈਗੀ ਇਸ ਲਿੰਕ ਦੇ ਉੱਤੇ ਦੇ ਸਕਦਾ ਹੈ। ਲਿੰਕ ਜਿਹੜੀ ਹੈਗੀ ਉਹ ਇਸ ਤਰ੍ਹਾਂ ਹੈਗੀ http://covid.punjab.gov.in/punjab@registration.aspx। ਇਹ ਜਿਹੜੀ ਲਿੰਕ ਹੈਗੀ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਫਾਰਮ ਜਿਹੜਾ ਹੈਗਾ ਉਹ ਆਉਂਦਾ ਹੈ। ਉਸ ਫਾਰਮ ਨੂੰ ਕੋਈ ਵੀ ਬੰਦਾ ਭਰ ਸਕਦਾ ਹੈ। ਇੱਕ ਫਾਰਮ ਦੇ ਵਿੱਚ 25 ਬੰਦਿਆਂ ਤੱਕ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਭਰੀ ਜਾ ਸਕਦੀ ਹੈ, ਯਾਨੀ ਕਿ ਕੋਈ ਵੀ ਬੰਦਾ ਆਪਣੀ ਪੂਰੀ ਫੈਮਿਲੀ ਦੇ ਵਾਸਤੇ ਇੱਕੋ ਹੀ ਫਾਰਮ ਜਿਹੜਾ ਹੈਗਾ ਉਹ ਭਰਨਾ ਪਊਗਾ ਔਰ ਉਸ ਫੈਮਿਲੀ ਨੂੰ ਪੂਰੀ ਫੈਮਿਲੀ ਨੂੰ ਇੱਕ ਜਾਂ ਗਰੁੱਪ ਨੂੰ ਇੱਕ ਗਰੁੱਪ ਦੇ ਵਜੋਂ ਰਜਿਸਟਰ ਕਰ ਲਿਆ ਜਾਵੇਗਾ। ਇਹ ਡੇਟਾ ਜਿਹੜਾ ਹੈਗਾ ਉਹ ਕੰਪਾਈਲੇਸ਼ਨ ਦਾ ਕੰਮ
ਆਲਰੇਡੀ ਚੱਲ ਰਿਹਾ ਹੈ ਤੇ ਮੈंने ਅਭੀ ਥੋੜੀ ਦੇਰ ਪਹਿਲਾਂ ਰਿਵਿਊ ਕੀਤਾ ਸੀਗਾ। ਤਕਰੀਬਨ 5,500 ਬੰਦਿਆਂ ਨੇ ਹਾਲੇ ਤੱਕ ਇਸ ਦੇ ਵਿੱਚ ਰਜਿਸਟ੍ਰੇਸ਼ਨ ਵੀ ਜਿਹੜੀ ਹੈਗੀ ਉਹ ਕਰਾ ਲਈ ਹੈਗੀ। ਤਾਂ ਮੇਰੀ ਰਿਕੁਐਸਟ ਹੈਗੀ ਕਿ ਜੋ ਵੀ ਮਾਈਗ੍ਰੈਂਟ ਜਿਹੜੇ ਹੈਗੇ ਜੋ ਕਿ ਆਪਣੇ ਸਟੇਟਾਂ ਨੂੰ ਜਾਣਾ ਚਾਹੁੰਦੇ ਹਨ ਉਹ ਇਸ ਲਿੰਕ ਦੇ ਉੱਤੇ ਅਪਲਾਈ ਕਰ ਸਕਦੇ ਹਨ, ਕਿਉਂਕਿ ਜਦ ਵੀ ਉਹਨਾਂ ਸਟੇਟਾਂ ਦੇ ਨਾਲ ਸਾਡਾ ਰਾਬਤਾ ਕਾਇਮ ਹੋਊਗਾ ਅਸੀਂ ਕੋਈ ਵੀ ਫੈਸਲਾ ਇਸ ਦੇ ਬਾਬਤ ਕਰਾਂਗੇ ਤਾਂ ਇਹ ਡੇਟਾ ਜਿਹੜਾ ਹੈਗਾ ਸਾਡੇ ਵਾਸਤੇ ਕਾਫੀ ਇੰਪੋਰਟੈਂਟ ਹੋਊਗਾ। ਜਿਹੜੇ ਬੰਦਿਆਂ ਨੇ ਸਾਨੂੰ ਅਪਲਾਈ ਕੀਤਾ ਹੋਊਗਾ ਉਹਨਾਂ ਨੂੰ ਫਸਟ ਪ੍ਰਾਇੋਰਟੀ ਜਿਹੜੀ ਹੈਗੀ ਉਹ ਦਿੱਤੀ ਜਾਵੇਗੀ। ਗੁਰੂ ਨਗਰੀ 'ਚ ਕੋਰੋਨਾ ਦਾ ਬਲਾਸਟ ਹੋਇਆ ਹੈ। ਸ਼ਹਿਰ 'ਚ ਕੋਰੋਨਾ ਨੇ ਆਪਣੀ ਰਫ਼ਤਾਰ ਫੜ ਲਈ ਹੈ ਅਤੇ ਇੱਥੇ ਕੋਰੋਨਾ ਦਾ ਅੰਕੜਾ 100 ਤੋਂ ਪਾਰ ਹੋ ਚੁੱਕਾ ਹੈ। ਸ਼ਹਿਰ 'ਚ ਅੱਜ 55 ਨਵੇਂ ਕੇਸ ਸਾਹਮਣੇ ਆ ਚੁੱਕੇ ਨੇ, ਜਿਸ ਤੋਂ ਬਾਅਦ ਇਹ ਅੰਕੜਾ 131 ਦਾ ਹੋ ਗਿਆ ਹੈ। ਇਸ ਦੇ ਨਾਲ ਪਹਿਲਾਂ 14 ਮਰੀਜ਼ ਹੋਰ ਸਨ ਜੋ ਕਿ ਇਸ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਨੇ, ਜਿਨ੍ਹਾਂ ਨੂੰ ਮਿਲਾ ਕੇ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਮਾਮਲਿਆਂ ਦਾ ਅੰਕੜਾ 145 ਹੋ ਚੁੱਕਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਨਵੇਂ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਜਿੱਥੇ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਦਵਾਈਆਂ ਤੇ ਖਾਣ ਪੀਣ ਦੀਆਂ ਸਾਰੀਆਂ ਵਿਵਸਥਾਵਾਂ ਕੀਤੀਆਂ ਗਈਆਂ ਨੇ। ਇੱਕ ਪਾਸੇ ਜਿੱਥੇ ਸਾਰਾ ਦੇਸ਼ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਲੜ ਰਿਹਾ ਹੈ, ਉੱਥੇ ਕਈ ਸਮਾਜ ਸੇਵੀ ਸੰਸਥਾਵਾਂ ਗਰੀਬਾਂ ਦੀ ਮਦਦ ਲਈ ਅੱਗੇ ਆ ਰਹੀਆਂ ਨੇ। ਅਜਿਹਾ ਇੱਕ ਉਪਰਾਲਾ ਟਰੱਕ ਯੂਨੀਅਨ ਦੇ ਪ੍ਰਧਾਨ ਭੋਲਾ ਸ਼ਰਮਾ ਤੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੰਜੀਵ ਢੀਂਗਰਾ ਨੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਸ਼ਿਵਪੁਰੀ ਤੇ ਪੰਚਾਇਤੀ ਧਰਮਸ਼ਾਲਾ ਕਮੇਟੀ ਦੇ ਸਹਿਯੋਗ ਨਾਲ 600 ਦੇ ਕਰੀਬ ਪਰਿਵਾਰਾਂ ਨੂੰ ਲੋੜੀਂਦਾ ਰਾਸ਼ਨ ਮੁਹੱਈਆ ਕਰਾਇਆ। ਰਾਸ਼ਨ ਵੰਡਣ ਦੀ ਸ਼ੁਰੂਆਤ ਥਾਣਾ ਸਿਟੀ ਦੇ SHO ਹਰਬੰਸ ਸਿੰਘ ਨੇ ਕੀਤੀ। ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ, ਸ਼ਹਿਰ ਦੇ ਕਾਂਗਰਸੀ ਆਗੂ ਤੇ ਪੁਲਿਸ ਦੇ ਅਧਿਕਾਰੀ ਸ਼ਾਮਿਲ ਹੋਏ। ਪੰਚਾਇਤੀ ਧਰਮਸ਼ਾਲਾ ਵੱਲੋਂ ਸ਼ਿਵਪੁਰੀ ਪਟਿਆਲਾ ਮੰਡੀ ਰਾਮਪੁਰਾ ਫੁੱਲ ਵੱਲੋਂ ਤੇ ਇਹਨਾਂ ਦੇ ਨਾਲ ਆਰਟੀ ਐਸੋਸੀਏਸ਼ਨ ਪਟਿਆਲਾ ਮੰਡੀ ਅਤੇ ਟਰੱਕ ਯੂਨੀਅਨ ਰਾਮਪੁਰਾ ਫੁੱਲ ਵੱਲੋਂ ਅੱਜ ਜੋ ਗਰੀਬ ਪਰਿਵਾਰਾਂ ਨੂੰ, ਲੋੜਵੰਦ ਪਰਿਵਾਰਾਂ ਨੂੰ ਉਹਨਾਂ ਨੂੰ ਰਾਸ਼ਨ ਵੰਡਣ ਦੀ ਰਸਮ ਅਦਾ ਕਰਾਉਣ ਲਈ ਸਾਡੇ ਰਾਮਪੁਰਾ ਫੁੱਲ ਦੇ SHO ਸਰਦਾਰ ਹਰਵੰਸ ਸਿੰਘ ਜੀ, ਉਹਨਾਂ ਦੇ ਨਾਲ ਸਦਰ ਥਾਣਾ ਦੇ SHO ਸਰਦਾਰ ਭੁਪਿੰਦਰ ਸਿੰਘ ਜੀ ਅਤੇ ਸਾਡੀ ਛੋਟੀ ਭੈਣ ਗੁਰਪ੍ਰੀਤ ਕੌਰ ਤੇ ਉਹਨਾਂ ਦਾ ਸਮੁੱਚਾ ਸਟਾਫ ਅੱਜ ਇੱਥੇ ਅਸੀਂ ਜੋ ਸਾਡਾ ਰਾਸ਼ਨ ਹੈ ਉਹਨਾਂ ਨੂੰ ਵੰਡਣ ਵਾਸਤੇ ਇਹਨਾਂ ਦੇ ਹੱਥੋਂ ਓਪਨਿੰਗ ਕਰਵਾਉਣੀ ਹੈ ਅਤੇ ਸਾਡੇ ਰਾਮਪੁਰਾ ਫੁੱਲ ਸ਼ਹਿਰ ਵੱਲੋਂ ਇਹਨਾਂ ਦਾ ਅਸੀਂ ਜੋ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਦਾ, ਜੋ ਬਹਾਦਰ ਅਫਸਰਾਂ ਦਾ, ਸਾਡੇ ਜੋ ਪਿਛਲੇ 40 ਦਿਨਾਂ ਤੋਂ ਇਹ ਮਹਾਮਾਰੀ ਸਾਰੇ ਵਰਲਡ ਦੇ ਵਿੱਚ, ਸਾਰੇ ਦੇਸ਼ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਚੱਲੀ ਆ ਰਹੀ ਹੈ, ਜੋ ਇਹਨਾਂ ਨੇ ਪੰਜਾਬ ਪੁਲਿਸ ਨੇ ਸਾਡੇ ਪੰਜਾਬ ਦੇ ਲੋਕਾਂ ਦੀ ਰਾਖੀ ਕੀਤੀ ਹੈ, ਸਾਡੇ ਪੰਜਾਬ ਦੇ ਲੋਕਾਂ ਨੂੰ ਬਚਾਇਆ ਹੈ, ਉਹਦੇ ਤਹਿਤ ਅੱਜ ਅਸੀਂ ਇਹਨਾਂ ਦਾ ਰਾਮਪੁਰਾ ਫੁੱਲ ਸ਼ਹਿਰ ਵੱਲੋਂ ਅਤੇ ਸਾਰੇ ਹੀ ਵਪਾਰ ਮੰਡਲ ਵੱਲੋਂ, ਸਾਡੀ ਸ਼ਿਵਪੁਰੀ ਵੱਲੋਂ, ਸਾਡੀ ਪੰਚਾਇਤੀ ਧਰਮਸ਼ਾਲਾ ਵੱਲੋਂ, ਟਰੱਕ ਯੂਨੀਅਨ ਵੱਲੋਂ, ਸਾਰੇ ਰਾਮਪੁਰਾ ਸ਼ਹਿਰ ਵੱਲੋਂ ਅੱਜ ਅਸੀਂ ਇਹਨਾਂ ਦਾ ਮਾਣ ਸਨਮਾਨ ਕਰਨਾ ਹੈ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਅਸੀਂ ਇਹਨਾਂ ਨੂੰ ਸਲੂਟ ਕਰਦੇ ਹਾਂ ਜੋ ਇਹਨਾਂ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ, ਆਪਣੇ ਪਰਿਵਾਰਾਂ ਦੀ ਜਾਨ ਖਤਰੇ ਦੇ ਵਿੱਚ ਪਾ ਕੇ ਸਾਡੇ ਪਰਿਵਾਰਾਂ ਦੀ ਰੱਖਿਆ ਕਰ ਰਹੇ ਨੇ। ਸਾਡੇ ਸੰਸਥਾਵਾਂ ਦੇ, ਸ਼ਹਿਰ ਨਿਵਾਸੀਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੀਆਂ ਸੰਸਥਾਵਾਂ ਸਾਨੂੰ ਪੰਜਾਬ ਪੁਲਿਸ ਨੂੰ ਸੱਦ ਕੇ ਮੌਕੇ ਤੇ ਮਾਣ ਸਨਮਾਨ ਦਿੰਦੇ ਹੋਗੇ। ਇਸ ਨਾਲ ਸਾਡਾ ਮਨੋਬਲ ਉੱਚਾ ਹੁੰਦਾ ਤਾਂ ਕਿ ਅਸੀਂ ਆਪਣੀ ਡਿਊਟੀ ਵਧੀਆ ਢੰਗ ਨਾਲ ਕਰ ਸਕੀਏ। ਇਸੇ ਕਰਕੇ ਸਾਡੇ ਅਫਸਰ ਸਾਹਿਬਾਨਾਂ ਦਾ ਵੀ ਮਨ ਉੱਚਾ ਹੁੰਦਾ ਗਾ, ਉੱਚੀ ਬਣਦੀ ਹੈ ਸੋਚ ਕਿ ਸਾਡੀ ਪੁਲਿਸ ਫੋਰਸ ਵਧੀਆ ਕੰਮ ਕਰ ਰਹੀ ਹੈ, ਤਾਂ ਹੀ ਇਹਨਾਂ ਨੂੰ ਸੰਸਥਾਵਾਂ ਸਨਮਾਨ ਕਰ ਰਹੀਆਂ ਨੇ। ਜੋ ਕਰੋਨਾ ਵਾਇਰਸ ਹੈ, ਬਿਮਾਰੀ ਹੈ, ਇਹ ਤੋਂ ਘਬਰਾਉਣ ਦੀ ਲੋੜ ਨਹੀਂ, ਇਹ ਤਾਂ ਸੁਚੇਤ ਰਹਿਣ ਦੀ ਲੋੜ ਹੈ, ਜਾਗਰੂਕ ਰਹਿਣ ਦੀ ਲੋੜ ਹੈ। ਜੋ ਸਾਨੂੰ ਸਾਵਧਾਨੀਆਂ ਦੱਸੀਆਂ ਜਾਂਦੀਆਂ ਉਹ ਸਾਰੇ ਆਪਾਂ ਸਾਵਧਾਨੀਆਂ ਨੂੰ ਵਰਤੀਏ। ਸੋ ਮੈਂ ਇੱਕ ਵਾਰ ਫੇਰ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ 1.5 ਮਹੀਨੇ ਦੇ ਅਰਸੇ ਦਰਮਿਆਨ ਜਿਉਂਦਾ ਕਰਫਿਊ ਲੱਗਿਆ ਹੋਇਆ ਹੈ, ਇਸ ਦਰਮਿਆਨ ਕਈ ਸੰਸਥਾਵਾਂ ਨੇ ਬਹੁਤ ਸਹਿਯੋਗ ਕੀਤਾ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ, ਪੰਜਾਬ ਪੁਲਿਸ ਦੇ ਮਹਾਨ ਯੋਧਿਆਂ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਪੂਰੀ ਤਨਦੇਹੀ ਨਾਲ 24 ਘੰਟੇ ਡਿਊਟੀ ਦੇ ਕੇ ਸਾਡੀਆਂ ਜਾਨਾਂ ਦੀ ਰੱਖਿਆ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰੀ ਡਾਕਟਰ ਸਾਹਿਬਾਨ, ਉਹਨਾਂ ਨੇ ਵੀ ਨੇੜੇ ਤੋਂ ਮਰੀਜ਼ਾਂ ਨੂੰ ਦੇਖ ਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਾਡੀ ਬਹੁਤ ਵੱਡੀ ਸੇਵਾ ਕੀਤੀ ਹੈ, ਮਦਦ ਕੀਤੀ ਹੈ। ਪ੍ਰੈਸ ਵਾਲੇ ਵੀਰ, ਇਹਨਾਂ ਨੇ ਵੀ ਸਾਡੀ ਬਹੁਤ ਸੇਵਾ ਕੀਤੀ ਹੈ। ਹਰ ਸਮੇਂ ਜਿੱਥੇ ਕੋਈ ਦੁੱਖ ਸੁੱਖ ਦੀ ਗੱਲ ਹੁੰਦੀ ਹੈ, ਕੋਈ ਸੰਕਟ ਦੀ ਘੜੀ ਹੁੰਦੀ ਹੈ, ਇਹ ਵੀ ਤੁਰੰਤ ਪਹੁੰਚਦੇ ਹੈ। ਇਸੇ ਤਰ੍ਹਾਂ ਹੀ ਨਗਰ ਕੌਂਸਲ ਦਾ
ਸਮੁੱਚਾ ਸਟਾਫ, ਸਾਰੇ ਸਫਾਈ ਸੇਵਕ ਵੀਰ, ਸੀਵਰਮੈਨ, ਫਾਇਰ ਬ੍ਰਿਗੇਡ ਬ੍ਰਾਂਚ ਦੇ ਸਾਰੇ ਕਰਮਚਾਰੀ, ਉਹਨਾਂ ਨੇ ਬਹੁਤ ਮਦਦ ਕੀਤੀ ਹੈ। ਔਰ ਇਸੇ ਤਰ੍ਹਾਂ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਉਹਨਾਂ ਦੇ ਨੁਮਾਇੰਦੇ, ਵਲੰਟੀਅਰ ਆਪਾਂ ਦੇਖਦੇ ਹਾਂ। ਕੱਲ੍ਹ ਵੀ ਨਾਕੇ 'ਤੇ ਖੜੇ ਸੀ, ਸ਼ੁਰੂ ਤੋਂ ਲੈ ਕੇ ਹੀ ਉਹਨਾਂ ਨੇ ਲੋੜਵੰਦਾਂ ਦੀ, ਮਰੀਜ਼ਾਂ ਦਾ ਵੀ ਉਹਨਾਂ ਨੇ ਹਸਪਤਾਲ ਤੱਕ ਪਹੁੰਚਾਇਆ, ਉਹਨਾਂ ਨੂੰ ਦਵਾਈਆਂ ਦੀ ਵੀ ਸੇਵਾ ਕੀਤੀ ਹੈ। ਹਸਪਤਾਲ 'ਚੋਂ ਦਵਾਈਆਂ ਲਿਆ ਕੇ, ਦਵਾਈਆਂ ਦੀ ਦੁਕਾਨਾਂ ਤੋਂ ਦਵਾਈਆਂ ਲਿਆ ਕੇ ਉਹਨਾਂ ਨੂੰ ਦਿੱਤੀਆਂ। ਜਿੰਨਾ ਵੀ ਉਹਨਾਂ ਤੋਂ ਬਣ ਪਾਇਆ, ਕੱਚਾ ਰਾਸ਼ਨ, ਬਣਿਆ ਬਣਾਇਆ ਭੋਜਨ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ। ਸੋ ਅੱਜ ਵੀ ਇਸ ਕੜੀ ਨੂੰ ਹੋਰ ਅੱਗੇ ਤੋਰਦੇ ਹੋਏ ਪਟਿਆਲਾ ਮੰਡੀ ਵੱਲੋਂ ਜੋ ਇੱਧਰਲੀ ਪੰਚਾਇਤੀ ਧਰਮਸ਼ਾਲਾ ਹੈ, ਆੜਤੀ ਐਸੋਸੀਏਸ਼ਨ ਹੈ, ਸ਼ਿਵਪੁਰੀ ਹੈ, ਸਮੁੱਚਾ ਵਪਾਰ ਮੰਡਲ ਹੈ, ਇਹਨਾਂ ਸਾਰਿਆਂ ਦੇ ਸਹਿਯੋਗ ਸਦਕਾ, ਉਦਮ ਸਦਕਾ ਸਾਡੇ ਟੀਨਾ ਜੀ ਬੈਠੇ ਹੈ, ਸਿਟੀ ਕਾਂਗਰਸ ਦੇ ਪ੍ਰਧਾਨ, ਟਰੱਕ ਯੂਨੀਅਨ ਦੇ ਪ੍ਰਧਾਨ ਭੋਲਾ ਸ਼ਰਮਾ ਜੀ, ਕਹਿਣ ਦਾ ਮਤਲਬ ਤੁਹਾਡੇ ਇਕੱਲੇ ਸਾਰੇ, ਕਿਉਂਕਿ ਸ਼ਹਿਰ ਦੇ ਤੁਸੀਂ ਸਾਰੀਆਂ ਮਹਾਨ ਸ਼ਖਸੀਅਤਾਂ ਬੈਠੇ ਹੋ। ਇਕੱਲਾ ਵਿਅਕਤੀ ਇੱਕ ਸੰਸਥਾ ਨੂੰ ਡੀਲ ਕਰਦਾ, ਉਹ ਇਕੱਲਾ ਨਹੀਂ, ਉਹ ਸਾਨੂੰ ਘੱਟੋ ਘੱਟ 1000 ਬੰਦੇ ਨੂੰ ਰਿਪਰੈਜ਼ੈਂਟ ਕਰਦਾ, ਜਿਹੜੇ ਵੀ ਇੱਥੇ ਬੈਠੇ ਆ। ਸੋ ਤੁਹਾਡੇ ਸਾਰੇ ਸਹਿਯੋਗ ਸਦਕਾ ਜੋ ਅੱਜ ਲੋੜਵੰਦ ਪਰਿਵਾਰ ਸੀ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਆਪਾਂ ਟਰਨ ਬਾਈ ਟਰਨ ਇਹਨਾਂ ਦੀ ਮਦਦ ਕਰਦੇ ਆ ਰਹੇ ਸੀਗੇ, ਪਰ ਸੀਮਤ ਰਾਸ਼ਨ ਕਰਦੇ ਸੀ, ਫੇਰ ਮੁੱਕ ਜਾਂਦਾ ਸੀ, ਫੇਰ ਦਿੰਦੇ ਸੀ। ਅੱਜ ਫੇਰ ਇਸੇ ਕੜੀ ਤੱਕ ਮੁੱਕ ਗਿਆ। ਸੋ ਮੈਂ ਇਹਨਾਂ ਸਾਰੇ ਵੀਰਾਂ ਦਾ, ਮੱਕੜ ਸਾਹਿਬ ਦਾ, ਟੀਨਾ ਜੀ ਦਾ, ਭੋਲਾ ਜੀ ਦਾ ਤੇ ਹੋਰ ਸਾਰੀ ਜਿਹੜੀ ਟੀਮ ਲੱਗੀ ਹੋਈ ਹੈ, ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਸ਼੍ਰੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਨੇ ਵਧਾਈ ਜੀਰਾ ਵਾਸੀਆਂ ਦੀ ਚਿੰਤਾ ਤੇ ਸ਼ਰਧਾਲੂ ਨਿਕਲੇ ਕਰੋਨਾ ਪੋਜ਼ਿਟਿਵ। ਸ਼ਹਿਰ ਵਾਸੀਆਂ ਸਹਿਮ ਦਾ ਮਾਹੌਲ। ਮਾਮਲਾ ਜੀਰਾ ਦਾ, ਜਿੱਥੇ ਬੀਤੇ ਦਿਨੀ ਸ਼੍ਰੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਨੂੰ ਜੀਰਾ ਪਿੰਡ ਮਈਆਂਵਾਲਾ ਵਿਖੇ ਇਕਾਂਤਵਾਸ ਕੀਤਾ ਗਿਆ ਸੀ। ਇਕਾਂਤਵਾਸ ਕੀਤੇ ਗਏ ਇਹਨਾਂ ਸ਼ਰਧਾਲੂਆਂ ਦੀ ਸੈਂਪਲਿੰਗ ਹੋਈ ਸੀ। 43 ਦੇ ਕਰੀਬ ਸ਼ਰਧਾਲੂਆਂ ਦੇ ਵਿੱਚੋਂ 9 ਸ਼ਰਧਾਲੂ ਕਰੋਨਾ ਦੇ ਪੋਜ਼ਿਟਿਵ ਪਾਏ ਗਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ SDM ਜ਼ੀਰਾ ਸਰਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਸ਼੍ਰੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਨੂੰ ਜੀਰਾ ਤੇ ਪਿੰਡ ਮਈਆਂਵਾਲਾ ਵਿਖੇ ਇਕਾਂਤਵਾਸ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਅੱਜ 43 ਮਰੀਜ਼ਾਂ ਦੀ ਰਿਪੋਰਟ ਸਾਹਮਣੇ ਆਈ ਹੈ, ਜਿਨ੍ਹਾਂ ਦੇ ਵਿੱਚੋਂ 9 ਸ਼ਰਧਾਲੂ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਅਤੇ 34 ਨੈਗੇਟਿਵ ਪਾਏ ਗਏ ਨੇ, ਜਦਕਿ 26 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜਿਹੜੇ ਆਪਣਾ ਕੁਆਰੰਟਾਈਨ ਕੀਤੇ ਗਏ ਸੀ, ਇੱਥੇ 69 ਜਿਹੜੇ ਸੀ ਉਹ ਹੈਗੇ ਸੀ, ਜਦ ਕਿ 43 ਇੱਕ ਦਿਨ ਆਏ ਸੀ। ਫਸਟ ਜਿਹੜੇ ਸੀ ਉਹਨਾਂ ਦੀ ਰਿਪੋਰਟ ਜਿਹੜੀ ਹੈ ਪਹਿਲਾਂ ਭੇਜੀ ਗਈ ਸੀ, ਸੈਂਪਲ ਲੈ ਕੇ ਤਾਂ ਉਹਨਾਂ ਨੂੰ ਉਹ ਪਹਿਲਾਂ ਜਿਹੜਾ ਭੇਜਿਆ ਹੋਇਆ ਸੀ, ਉਹਦੇ ਚੋਂ ਅੱਜ ਪਤਾ ਲੱਗਿਆ ਕਿ ਸਾਡੇ ਜਿਹੜੇ ਆ ਉਹ 9 ਜਿਹੜੇ ਆ ਪੋਜ਼ਿਟਿਵ ਆਏ। ਸਰ ਕਿੰਨੇ ਨਤੀਜਿਆਂ ਦੇ ਵਿੱਚੋਂ 9 ਦੀ ਪੋਜ਼ਿਟਿਵ ਆਈ ਔਰ ਕਿੰਨੇ ਦੀ? ਇਹ ਜਿਹੜੇ ਪਹਿਲੇ ਦਿਨ ਦੇ 43 ਸੀ, ਉਹਦੇ ਜੋ 43 ਚੋਂ 9 ਦਾ ਜਿਹੜਾ ਉਹ ਲਿਸਟ ਇੱਕ ਜਾਰੀ ਕੀਤੀ ਗਈ ਹੈ, ਜਿਹਦੇ ਚ ਉਹਨਾਂ ਨੇ ਦੱਸਿਆ ਕਿ ਪੋਜ਼ਿਟਿਵ। ਸਰ ਸੈਂਪਲਿੰਗ ਵਾਲੇ ਕਿੰਨੇ ਰਹਿ ਗਏ ਹੁਣ ਬਾਕੀ? ਸੈਂਪਲਿੰਗ ਵਾਲੇ ਇੱਥੇ ਕੋਈ ਨਹੀਂ ਹੈਗਾ, ਇਹ ਸਾਰਿਆਂ ਦੇ ਸੈਂਪਲ ਗਏ ਹੋਏ ਨੇ, ਬਟ ਇਹਨਾਂ ਦੇ ਜਿਹੜੇ ਬਾਕੀ ਦੇ 26 ਹੈਗੇ ਉਹਨਾਂ ਦੇ ਕੱਲ੍ਹ ਗਏ, ਉਹਨਾਂ ਦੀ ਰਿਪੋਰਟ ਹੋਣੀ ਬਾਕੀ। ਤੇ ਸਰ ਇਹਨਾਂ ਨੂੰ ਕਿੱਥੇ ਸ਼ਿਫਟ ਕੀਤਾ ਜਾ ਰਿਹਾ? ਇਹਨਾਂ ਨੂੰ ਫਿਰੋਜ਼ਪੁਰ ਆਈਸੋਲੇਸ਼ਨ ਸੈਂਟਰ